ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਜੋ ਤਿਸ ਪਾਵੈ ਨਾਨਕਾ, ਸਾਈ ਗਲ ਚੰਗੀ। ਜੋ ਤਿਸ ਪਾਵੈ ਨਾਨਕਾ, ਸਾਈ ਗਲ ਚੰਗੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਕੀ ਅਪਾਰ ਰਹਿਮਤ ਬਖਸ਼ੀ ਸਦਕਾ ਸਤ ਸੰਗਤ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਪਿਤਾ ਰਹਿਮਤ ਕਰਦੇ ਨੇ, ਕਹਿਣ ਲੱਗੇ ਇਸ ਸੰਗਤ ਦੇ ਵਿੱਚ ਬੇਅੰਤ ਰਹਿਮਤਾਂ ਗੁਰਸਿੱਖ ਨੂੰ ਪ੍ਰਾਪਤ ਹੁੰਦੀਆਂ ਨੇ। ਅਸੀਂ ਰੋਜ਼ ਹੀ ਸਤਿਗੁਰੂ ਦਾ ਇੱਕ ਬਚਨ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦਾ ਨਿਸ਼ਚੇ ਹੀ ਉਦਾਰ ਹੁੰਦਾ ਹੈ। ਪਰ ਸੰਗਤ ਹੈ ਕਿਹੜੀ? ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਜਿੱਥੇ ਇੱਕ ਦੇ ਨਾਲ ਜੁੜਨ ਦੀ ਗੱਲ ਕੀਤੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਪਣੇ ਮੁਖਾਰ ਬਿੰਦ ਤੋਂ ਜਿਹੜਾ ਪਹਿਲਾ ਬਚਨ ਗੁਰਸਿੱਖਾਂ ਨੂੰ, ਸਮੂਹ ਸ੍ਰਿਸ਼ਟੀ ਮਾਤਰ ਪ੍ਰਾਣੀ ਨੂੰ ਬਖਸ਼ਦੇ ਨੇ, ਉਹ ਆਪ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਇੱਕ ਓੰਕਾਰ। ਉਹ ਇੱਕ ਹੈ ਤੇ ਹੈ ਵੀ ਐਸਾ ਅਦੁੱਤੀ ਕਿ ਉਹਦੇ ਵਰਗਾ ਦੁਨੀਆ ਦੇ ਉੱਤੇ ਕੋਈ ਵੀ ਦੂਸਰਾ ਹੋਰ ਨਹੀਂ, ਜਿਹਦੇ ਨਾਲ ਜੁੜਨ ਵਾਸਤੇ ਅੱਜ ਅਸੀਂ ਗੁਰੂ ਕੀ ਹਜ਼ੂਰੀ ਦੇ ਅੰਦਰ ਸੱਜ ਬੈਠੇ ਹਾਂ। ਆਓ, ਜਿੱਥੇ ਪੂਰਾ ਦੁਨੀਆ, ਪੂਰਾ ਵਰਲਡ ਮਹਾਂਮਾਰੀ ਦੇ ਨਾਲ ਜੂਝਦਾ ਪਿਆ, ਉੱਥੇ ਸਮੂਹ ਲੰਡਨ ਦੀ ਸੰਗਤ ਵੱਲੋਂ ਜੋ ਇਹ ਮਹਾਨ ਉਪਰਾਲਾ ਕੀਤਾ ਗਿਆ ਕਿ ਘਰ ਬੈਠ ਕੇ ਵੀ ਗੁਰੂ ਕਾ ਸਿੱਖ ਜਦੋਂ ਤੁਰਦਾ ਤੇ ਉਹਦੇ ਵਾਸਤੇ ਉਦੋਂ ਵੀ ਗੁਰੂ ਕਾ ਸ਼ਬਦ ਹੈ। ਜੇ ਗੁਰੂ ਕਾ ਸਿੱਖ ਘਰ ਬੈਠਦਾ ਹੈ, ਉਦੋਂ ਵੀ ਉਹਦੇ ਵਾਸਤੇ ਬਾਣੀ ਗੁਰੂ ਕਾ ਸ਼ਬਦ ਹੈ। ਮਹਾਰਾਜ ਕਹਿੰਦੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਵੀ ਸਤਿਗੁਰੂ ਕਹਿੰਦੇ ਨੇ ਗੁਰੂ ਕਾ ਸਿਮਰਨ ਕਰਦਾ ਹੈ। ਜਦੋਂ ਉਹ ਸੌਣ ਲੱਗਦਾ ਉਦੋਂ ਵੀ ਉਹ ਗੁਰੂ ਕਾ ਸਿਮਰਨ ਹੀ ਕਰਦਾ ਹੈ। ਆਓ ਇਸ ਸਮੇਂ ਦਾ ਅਸੀਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਜਿੰਨੇ ਵੀ ਸਰੀਰ ਮਨ ਕਰਕੇ, ਸਰੀਰ ਕਰਕੇ ਗੁਰੂ ਕੇ ਹਜ਼ੂਰੀ ਅੰਦਰ ਜੁੜ ਬੈਠੇ ਹਾਂ, ਆਪਣੀ ਰਸਨਾ ਦੀ ਪਵਿੱਤਰਤਾ ਲਈ, ਚਿੱਤ ਦੀ ਇਕਾਗਰਤਾ ਲਈ ਸਤਿਗੁਰੂ ਕੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ ਵਾਸਤੇ ਅਦਬ ਪਿਆਰ ਸਹਿਤ ਝੁਕਾਓ ਸੀਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ। ਔਰ ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਸਤਿਗੁਰੂ ਕੇ ਬਚਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਸਿੱਖ ਪੜ੍ਹਦਾ ਹੈ,
ਇੱਥੇ ਕੁਝ ਕੁ ਸ਼ਬਦ ਇੱਦਾਂ ਦੇ ਨੇ ਜਿਹੜੇ ਸਾਨੂੰ ਬਾਰ-ਬਾਰ ਸੁਣਨ ਦੇ ਵਿੱਚ ਆਉਣਗੇ। ਮਹਾਰਾਜ ਇਸ ਬਾਣੀ ਦੇ ਅੰਦਰ ਗੁਰਮੁਖ ਦਾ ਜੀਵਨ ਦੱਸਦੇ ਆ। ਇਸੇ ਬਾਣੀ ਦੇ ਅੰਦਰ ਮਨਮੁਖ ਦੇ ਬਾਰੇ ਵੀ ਸਤਿਗੁਰੂ ਜ਼ਿਕਰ ਕਰਦੇ ਆ। ਇਸੇ ਬਾਣੀ ਅੰਦਰ ਉਹਨਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਜਿਹੜੇ ਆਪਣੇ ਜੀਵਨ ਨੂੰ ਸਫਲਾ ਕਰਕੇ ਪਰਮੇਸ਼ਰ ਦੇ ਘਰ 'ਚ ਪ੍ਰਵਾਨ ਵੀ ਹੋ ਚੁੱਕੇ ਆ। ਔਰ ਮਹਾਰਾਜ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਹੁਣ ਗੁਰਮੁਖ ਦਾ ਜਿੱਥੇ ਜ਼ਿਕਰ ਆਏਗਾ, ਮਹਾਰਾਜ ਗੁਰਮੁਖ ਦੀ ਪਰਿਭਾਸ਼ਾ ਇਹ ਦਿੰਦੇ ਆ ਕਿ ਉਹ ਗੁਰੂ ਕੇ ਹੁਕਮ ਦੇ ਅੰਦਰ ਆ। ਉਹਦਾ ਮੁਖ ਗੁਰੂ ਵਾਲੇ ਪਾਸੇ ਆ। ਜੋ ਉਹ ਕਰਮ ਕਰਦਾ ਉਹ ਗੁਰੂ ਦੇ ਦੱਸੇ ਆਸ਼ੇ ਮੁਤਾਬਕ ਚੱਲਦਾ ਹੈ। ਪਰ ਮਨਮੁਖ ਹਮੇਸ਼ਾ ਆਪਣੇ ਮਨ ਨੂੰ ਅੱਗੇ ਰੱਖ ਕੇ ਤੁਰਦਾ ਹੈ। ਕੋਈ ਮਾੜਾ ਕਰਮ ਹੋਵੇ, ਉਹਦਾ ਮਨ ਉਹਨੂੰ ਪ੍ਰੇਰਨਾ ਦਿੰਦਾ, ਉਹਦੇ ਵਿਕਾਰ ਉਹਨੂੰ ਪ੍ਰੇਰਦੇ ਨੇ, ਉਹ ਮਾੜੇ ਕਰਮਾਂ ਵਾਲੇ ਪਾਸੇ ਨੂੰ ਉੱਠ ਖਲੋਂਦਾ ਹੈ। ਪਰ ਜਿਹੜਾ ਗੁਰੂ ਕਾ ਸਿੱਖ ਹੈ, ਉਹਦੀ ਪਰਿਭਾਸ਼ਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੈ, ਅੰਮ੍ਰਿਤ ਸਰਨਾਵੈ। ਮਹਾਰਾਜ ਕਹਿੰਦੇ ਨੇ ਹੁਣ ਇਹ ਗੁਰਮੁਖ ਆ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਜਿੱਥੇ ਸਰੀਰ ਦਾ ਇਸ਼ਨਾਨ ਕਰਦਾ, ਉੱਥੇ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਕਰਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਇੱਕ ਉਹ ਆ ਜੀ ਜਿਹੜੇ ਨਸ਼ਾ ਕਰਕੇ ਡਿੱਗੇ ਫਿਰਦੇ ਆ, ਪਰ ਇੱਕ ਗੁਰਮੁਖ ਆ ਜਿਹੜਾ ਗੁਰੂ ਕੇ ਹੁਕਮ ਦੇ ਵਿੱਚ ਆ। ਹੁਣ ਸਤਿਗੁਰੂ ਦੇ ਅੱਗੇ ਜੇ ਅਸੀਂ ਸਵਾਲ ਕਰੀਏ, ਮਹਾਰਾਜ ਇੱਕ ਉਹ ਵੀ ਨੇ ਜਿਹੜੇ ਸਿਰ 'ਤੇ ਦਸਤਾਰ ਤੇ ਹੋ ਸਕਦੀ ਹੈ, ਪਰ ਉਹ ਮਾੜੇ ਕਰਮ ਕਰਕੇ ਦੁਨੀਆ ਦੇ ਉੱਤੇ ਖੁਆਰ ਹੁੰਦਾ ਪਿਆ ਹੈ, ਕਿ ਉਹ ਤੁਹਾਡਾ ਸਿੱਖ ਹੈ? ਇੱਕ ਉਹ ਹੈ ਜਿਹੜਾ ਤੁਹਾਡੇ ਆਸ਼ੇ ਮੁਤਾਬਕ ਚੱਲਦਾ ਹੈ, ਇੱਕ ਉਹ ਜਿਹੜਾ ਬਾਣੀ ਨੂੰ ਆਪਣੇ ਜੀਵਨ 'ਚ ਆਧਾਰ ਬਣਾ ਕੇ ਬੈਠਾ ਹੈ। ਇਹਨਾਂ ਦੋਨਾਂ ਦੇ ਵਾਸਤੇ ਆਮ ਕਰਕੇ ਇੱਕ ਨਾਲੀ ਦੇ ਵਿੱਚ ਡਿੱਗਿਆ ਹੋਇਆ ਸੀ, ਉਹਨੂੰ ਵੀ ਕਹਿੰਦੇ ਆ ਦੇਖੋ ਸਿੱਖ ਪਿਆ। ਪਰ ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਪੜ੍ਹੋ। ਮਹਾਰਾਜ ਕਹਿੰਦੇ ਨਹੀਂ, ਸਿੱਖ ਕੌਣ ਹੈ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਇੱਕ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ, ਉਹੀ ਸਾਡਾ ਸਖਾ, ਉਹੀ ਸਾਡਾ ਮਿੱਤਰ, ਉਹੀ ਸਾਡਾ ਸਿੱਖ। ਕਿਹੜਾ? ਮਹਾਰਾਜ ਕਹਿੰਦੇ ਜਿਹੜਾ ਗੁਰੂ ਕੇ ਭਾਣੇ ਦੇ ਵਿੱਚ ਆ, ਜਿਹੜਾ ਗੁਰੂ ਕੇ ਹੁਕਮ ਦੇ ਵਿੱਚ ਆ। ਹੁਣ ਦੇਖੋ ਹੁਕਮ ਦੇ ਵਿੱਚ ਚੱਲਣ ਵਾਲੇ ਨੂੰ ਮਹਾਰਾਜ ਕਹਿੰਦੇ ਸਾਡਾ ਸਿੱਖ ਆ। ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਹੁਣ ਉਹਦੀ ਪਹਿਲੀ ਪੌੜੀ ਤੇ ਦੂਜੀ ਪੌੜੀ ਨੂੰ ਜੇ ਅਸੀਂ ਧਿਆਨ ਦੇ ਨਾਲ ਪੜ੍ਹੀਏ, ਇੱਕ ਉਹ ਵੀ ਨੇ ਜਿਹੜੇ ਬਾਹਰ ਦੇ ਕਰਮ ਕਾਂਡਾਂ ਨੂੰ ਸਾਰਾ ਕੁਝ ਮੰਨ ਕੇ ਬੈਠੇ ਆ। ਪਰ ਮਹਾਰਾਜ ਨੇ ਉੱਥੇ ਆ ਕੇ ਕਹਿਣ ਲੱਗੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਤੂੰ ਆਖੇ ਕਿ ਕੱਲੀ ਬਾਹਰ ਦੀ ਸੁਚਮਤਾਈ ਦੇ ਨਾਲ, ਬਾਹਰ ਦੇ ਪਖੰਡਾਂ ਦੇ ਨਾਲ ਤੈਨੂੰ ਰੱਬ ਮਿਲ ਸਕਦਾ ਹੈ, ਮਹਾਰਾਜ ਕਹਿਣ ਲੱਗੇ ਇੱਦਾਂ ਕਦੇ ਵੀ ਅੰਦਰ ਸੁੱਚਿਆ ਨਹੀਂ ਹੋ ਸਕਦਾ। ਜੇ ਤੂੰ ਆਖੇ ਜ਼ੁਬਾਨ ਕੱਲੀ ਚੁੱਪ ਹੋ ਜਾਵੇ ਤੇ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ, ਮਹਾਰਾਜ ਕਹਿਣ ਲੱਗੇ ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵਤਾਰ, ਭੁਖਿਆ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਤੇਰੀ ਸਿਆਣਪ ਨਾਲ ਨਹੀਂ ਚੱਲਣੀ, ਤੇਰੇ ਬਾਹਰ ਦੇ ਕਰਮ ਕਾਂਡ ਕੋਈ ਨਾਲ ਨਹੀਂ ਚੱਲਣੇ, ਤੇ ਮਹਾਰਾਜ ਦੇ ਸੁਚਮਤਾਈ ਇੱਦਾਂ ਦੀ ਰੱਖਿਆ ਕੰਮ ਨਹੀਂ ਆਉਣੀ। ਚੁੱਪ ਰਹਿ ਕੇ ਵੀ ਸਰਦਾ ਨਹੀਂ, ਸਿਆਣਪ ਨਾਲ ਨਹੀਂ ਚੱਲਣੀ, ਫਿਰ ਕਿਵੇਂ ਅਸੀਂ ਬਚਾਂਗੇ? ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿਵੇਂ ਸਚਿਆਰ ਬਣੀਏ, ਕਿਵੇਂ ਕੂੜ ਦੀ ਕੰਧ ਟੁੱਟੇ। ਤੇ ਮਹਾਰਾਜ ਉੱਥੇ ਜਿਹੜਾ ਤੱਤ ਸਾਨੂੰ ਬਖਸ਼ਦੇ ਆ, ਜਿਹੜਾ ਜੀਵਨ ਦੇ ਵਿੱਚ ਅੱਜ ਜੇ ਅਸੀਂ ਧਾਰਨ ਕਰ ਲਈਏ ਤੇ ਸਾਡਾ ਪਾਰ ਉਤਾਰਾ ਹੈ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਕੇ ਸਿੱਖਾ ਤੈਨੂੰ ਹੁਕਮ ਦੇ ਵਿੱਚ ਚੱਲਣ ਦੀ ਜਾਚ ਆ ਜਾਵੇ। ਉਹ ਹੁਕਮ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਆ ਜੋਤ ਧਰਤੀ ਅਸੀਂ ਦੇਖਦੇ ਪਏ ਹਾਂ, ਜੋ ਸਾਰੇ ਜੀਵ ਜੰਤ ਇਹ ਸਾਰੇ ਉਹਦਾ ਹੀ ਤੇ ਆਕਾਰ ਆ। ਪਰ ਮਹਾਰਾਜ ਕਹਿਣ ਲੱਗੇ ਕੋਈ ਸ੍ਰਿਸ਼ਟੀ ਦਾ ਮਨੁੱਖ ਮਾਤਰ, ਕੋਈ ਪ੍ਰਾਣੀ ਇਹ ਆਖੇ ਕਿ ਮੈਂ ਉਹਦੇ ਹੁਕਮ ਨੂੰ, ਉਹਦੇ ਭਾਣੇ ਨੂੰ ਆਪਣੇ ਸ਼ਬਦਾਂ 'ਚ ਬਿਆਨ ਕਰ ਸਕਾਂ, ਮਹਾਰਾਜ ਕਹਿਣ ਲੱਗੇ ਹੁਕਮ ਨਾ ਕਹਿਆ ਜਾਏ। ਹੁਕਮ ਨੂੰ ਕਹਿ ਨਹੀਂ ਸਕਦੇ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਮਹਾਰਾਜ ਕਹਿਣ ਲੱਗੇ ਉਹਦੇ ਹੁਕਮ ਦੇ ਵਿੱਚ ਇੱਕ ਉਹ ਵੀ ਨੇ ਜਿਹੜੇ ਦੁਨੀਆ ਦੇ ਉੱਤੇ ਬੜੇ ਸ੍ਰੇਸ਼ਟ ਨੇ,
ਪਰ ਮਹਾਰਾਜ ਕਹਿਣ ਲੱਗੇ ਨੀਚ ਵੀ ਉਹਦੇ ਹੁਕਮ ਦੇ ਅੰਦਰ ਆ। ਜ਼ਿੰਦਗੀ ਦੇ ਵਿੱਚ ਜੇ ਦੁੱਖ ਆ ਗਿਆ ਉਹ ਵੀ ਉਹਦੇ ਹੁਕਮ ਦੇ ਵਿੱਚ ਆ। ਤੇ ਜੇ ਕਿਤੇ ਜੀਵਨ ਦੇ ਵਿੱਚ ਸੁੱਖ ਆ ਤੇ ਗੁਰਮੁਖਾ ਚੇਤੇ ਰੱਖੀ ਇਹ ਵੀ ਉਹਦੇ ਹੁਕਮ ਦੇ ਵਿੱਚ ਆ। ਕਿਉਂਕਿ ਮਹਾਰਾਜ ਕਹਿਣ ਲੱਗੇ ਦੁੱਖ ਤੇ ਸੁੱਖ ਇਹ ਦੋਨੇ ਉਹਦੇ ਹੁਕਮ ਦੇ ਵਿੱਚ ਹੈ। ਕਿਉਂਕਿ ਮਨੁੱਖ ਦਾ ਇੱਕ ਸੁਭਾਅ ਆ ਜੀ, ਅਸੀਂ ਕਰਦੇ ਕੀ ਆ, ਦੁੱਖ ਅਸੀਂ ਰੱਬ ਦੇ ਮੱਥੇ ਮੜਦੇ ਹਾਂ, ਸੁੱਖ ਬੰਦਾ ਕਹਿੰਦਾ ਇਹ ਮੇਰੇ ਕਰਕੇ ਆ। ਜੇ ਘਰ ਦੇ ਵਿੱਚ ਅੱਜ ਕੋਈ ਜਨਮ ਲੈਂਦਾ ਪਿਆ, ਅਸੀਂ ਕਹਿੰਦੇ ਇਹ ਸਾਡਾ ਬੱਚਾ, ਸਾਡਾ ਪੁੱਤਰ, ਸਾਡੀ ਧੀ, ਕੱਲ ਨੂੰ ਉਹੀ ਕਿਤੇ ਚੜ੍ਹਾਈ ਕਰ ਜਾਂਦਾ, ਅਸੀਂ ਕਹਿੰਦੇ ਦੇਖੋ ਜੀ ਰੱਬ ਨੇ ਤੇ ਕਹਿਰ ਕਰ ਦਿੱਤਾ ਸਾਡੇ ਤੇ। ਸੁੱਖ ਬੰਦਾ ਆਪਣੀ ਹਿੱਸੇ 'ਚ ਪਾਉਂਦਾ ਕਿ ਮੇਰੇ ਕਰਕੇ ਜਿਹੜੀ ਬੁਰਾਈ ਆ ਅਸੀਂ ਰੱਬ ਦੇ ਮੱਥੇ ਮੜਨ ਦਾ ਯਤਨ ਕਰਦੇ ਹਾਂ। ਪਰ ਸਤਿਗੁਰੂ ਭਾਣੇ ਦਾ ਜਿੱਥੇ ਜ਼ਿਕਰ ਕਰਦੇ ਆ ਮਹਾਰਾਜ ਉੱਥੇ ਨਾਲ ਹੀ ਇਹ ਵੀ ਗੱਲ ਕਹਿੰਦੇ, ਇੱਕ ਗੱਲ ਚੇਤੇ ਰੱਖੀ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕੱਲਾ ਮੌਤ ਉਹਦਾ ਹੁਕਮ ਨਹੀਂ, ਮਰ ਕੇ ਲੱਗੇ ਉਹਦਾ ਭਾਣਾ ਸੀ ਤਾਂ ਤੂੰ ਸੰਸਾਰ ਦੇ ਵਿੱਚ ਆਉਂਦਾ ਪਿਆ ਤੇ ਉਹਦਾ ਭਾਣਾ। ਤੇ ਮਰ ਕੇ ਨੇ ਜਿਹਾ ਤੇਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜੇ ਉਹਦਾ ਹੁਕਮ ਸੀ ਸੰਸਾਰ ਤੇ ਆ ਗਿਆ, ਜੇ ਉਹਦਾ ਸੱਦਾ ਆ ਗਿਆ ਸੰਸਾਰ ਤੋਂ ਜਾਣਾ ਵੀ ਪਏਗਾ। ਮਰ ਕਹਿੰਦੇ ਹੁਕਮ ਦੇ ਵਿੱਚ ਹੀ ਦੁੱਖ ਔਰ ਸੁੱਖ ਮਨੁੱਖ ਪ੍ਰਾਪਤ ਕਰਦਾ। ਪਰ ਇੱਕ ਗੱਲ ਬੰਦਿਆ ਚੇਤੇ ਰੱਖੀ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੋ ਕੁਝ ਵੀ ਦ੍ਰਿਸ਼ਟ ਅਦ੍ਰਿਸ਼ਟ ਹੈ ਚੇਤੇ ਰੱਖੀ ਸਾਰਾ ਕੁਝ ਹੀ ਉਹਦੇ ਹੁਕਮ ਦੇ ਵਿੱਚ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਔਰ ਜਿਹੜਾ ਉਹਦੇ ਹੁਕਮ ਤੋਂ ਬਾਹਰ ਚੱਲਣ ਦਾ ਯਤਨ ਕਰੇਗਾ, ਚੇਤੇ ਰੱਖਿਓ ਅਸੀਂ ਕਈ ਵਾਰੀ ਆਪ ਮੁਹਾਰੇ ਕਹਿ ਦਿੰਦੇ ਕਿ ਮੈਂ ਨਹੀਂ ਰੱਬ ਦੀ ਮੰਨਦਾ, ਪਰ ਅਸੀਂ ਨਾ ਮੰਨੀਏ ਭੱਜ ਕੇ ਜਾਵਾਂਗੇ ਕਿੱਥੇ? ਆਖਰ ਆਉਣਾ ਤੇ ਉਹਦੇ ਹੁਕਮ ਦੇ ਵਿੱਚ ਹੀ ਪਏਗਾ। ਸਤਿਗੁਰੂ ਬਚਨ ਕਰਦੇ, ਕਿਉਂਕਿ ਅੱਜ ਕਈ ਤਰ੍ਹਾਂ ਦੇ ਦੁੱਖ ਅਸੀਂ ਬਣਾ ਕੇ ਬੈਠੇ ਹਾਂ। ਕੋਈ ਆਪਣੀ ਨੌਕਰੀ ਦੇ ਦੁੱਖ ਨੂੰ ਬੈਠਾ ਕਿ ਮੇਰੇ ਕੋਲ ਬੜਾ ਵੱਡਾ ਦੁੱਖ, ਮੈਨੂੰ ਨੌਕਰੀ ਨਹੀਂ ਮਿਲਦੀ ਪਈ। ਕੋਈ ਧਨ ਦੌਲਤ ਨੂੰ ਆਪਣਾ ਦੁੱਖ ਮੰਨ ਕੇ ਬੈਠਾ ਹੈ, ਕੋਈ ਸਰੀਰ ਦਾ ਦੁੱਖ ਹੈ। ਪਰ ਗੁਰਮੁਖੋ ਗੁਰੂ ਕੀ ਬਾਣੀ ਨੇ ਜਿਹਨੇ ਦੁੱਖ ਮੰਨੇ ਆ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਨੇ, ਦੁੱਖ ਵਿਛੋੜਾ ਇੱਕ ਦੁੱਖ ਭੂਖ। ਮਰ ਕਹਿਣ ਲੱਗੇ ਸਭ ਤੋਂ ਵੱਡਾ ਜੇ ਕੋਈ ਦੁਨੀਆ ਦਾ ਦੁੱਖ ਆ ਤੇ ਉਹ ਹੈ ਵਿਛੋੜੇ ਦਾ। ਤੇ ਚੇਤੇ ਰੱਖਿਓ ਜਿੱਥੇ ਵੀ ਵਿਛੋੜਾ ਹੋਵੇਗਾ ਉੱਥੇ ਦੁੱਖ ਆਪ ਮੁਹਾਰੇ ਪ੍ਰਗਟ ਹੋਵੇਗਾ। ਜਿੱਥੇ ਇਹ ਚਾਰ ਚੀਜ਼ਾਂ ਹੋਣ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਕੀ ਭੁੱਲ ਦਾਰੂ ਲਾਏ। ਮਰ ਕਹਿਣ ਲੱਗੇ ਦੇਖ, ਇੱਕ ਭੁੱਖ ਹੈ ਵਿਛੋੜੇ ਦੀ, ਦੁੱਖ ਪੈ ਗਿਆ, ਇੱਕ ਭੁੱਖ ਬਣ ਗਈ ਦੁੱਖ, ਤੇ ਦੂਸਰਾ ਮਰ ਕਹਿਣ ਲੱਗੇ ਸਰੀਰ ਦੇ ਉੱਪਰ ਕੋਈ ਕਸ਼ਟ ਆ ਗਿਆ ਤੇ ਮੌਤ। ਇਹ ਚਾਰ ਦੁੱਖ ਆ। ਔਰ ਚੇਤੇ ਰੱਖਿਓ ਜਿੱਥੇ ਵਿਛੋੜਾ ਆ ਜਾਵੇ ਉੱਥੇ ਭਾਵੇਂ ਪਸ਼ੂ ਹੋਵੇ, ਭਾਵੇਂ ਪੰਛੀ ਹੋਵੇ ਤੇ ਭਾਵੇਂ ਮਨੁੱਖ ਹੋਵੇ, ਹਰ ਇੱਕ ਦਾ ਅੰਦਰ ਕੁਰਲਾ ਉੱਠਦਾ ਹੈ। ਕਿਉਂਕਿ ਜਿੱਥੇ ਵਿਛੋੜਾ ਪਵੇਗਾ ਉੱਥੇ ਚੇਤੇ ਰੱਖਿਓ ਉੱਥੇ ਅੰਦਰ ਕਿਤੇ ਨਾ ਕਿਤੇ ਦੁੱਖਾਂ ਦਾ ਕਾਰਨ ਜ਼ਰੂਰ ਬਣੇਗਾ। ਹੁਣ ਇੱਕ ਕੋਲਾ ਹੈ, ਅੱਗ ਦੇ ਵਿੱਚ ਪਏਗਾ, ਉਹ ਸੂਹੇ ਲਾਲ ਰੰਗ ਦਾ ਹੈ, ਬਸ ਅੱਗ ਤੋਂ ਵਿਛੋੜਾ ਪੈਣ ਦੀ ਦੇਰ ਹੈ। ਜਿਹਦਾ ਲਾਲ ਰੰਗ ਸੀ ਉਹ ਵੀ ਕਾਲਾ ਹੋ ਗਿਆ। ਕਿਸੇ ਨੇ ਲੱਸੀ ਨਾਲ ਧੋਤਾ, ਕਿਸੇ ਨੇ ਦੁੱਧ ਦੇ ਨਾਲ, ਕਿਸੇ ਨੇ ਗੁਲਾਬ ਜਲ, ਬਹੁਤ ਕੁਝ ਕਰਕੇ ਦੇਖਿਆ ਤੇ ਅੱਗੋਂ ਇਹੀ ਜਵਾਬ ਮਿਲਿਆ ਕਿ ਭਲਿਓ ਜੇ ਚਾਹੁੰਦੇ ਹੋ ਕਿ ਇਹਦਾ ਰੰਗ ਫੇਰ ਲਾਲ ਹੋਵੇ, ਇੱਕੋ ਕੰਮ ਕਰੋ, ਇਹਨੂੰ ਦੁੱਧ ਲੱਸੀ ਦੇ ਨਾਲ ਨਾ ਨਵਾਓ, ਇਹਨੂੰ ਅੱਗ ਦੇ ਨਾਲ ਮਿਲਾ ਦਿਓ। ਜਦੋਂ ਅੱਗ ਆਪਣੇ ਸਰੋਤ ਦੇ ਨਾਲ ਇਹ ਮਿਲੇਗਾ, ਇਹਦੇ ਅੰਦਰ ਉਹ ਖੇੜੇ ਨੇ ਆਪਣੇ ਆਪ ਫੇਰ ਜਨਮ ਲੈ ਲੈਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਬਚਨ ਆ ਜੀ, ਵਾਰਾਂ ਤੇ ਵਧੀਕ ਦੇ ਵਿੱਚ। ਉੱਥੇ ਸਤਿਗੁਰੂ ਬਚਨ ਕਰਦੇ ਨੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੁਖੜਾ ਸੜਿਓਹੇ, ਕਾਲੀ ਹੋਈਆ ਦਿਓਹਰੀ ਨਾਨਕ ਮਨ ਤਨ ਭੰਗ। ਕਹਿਣ ਲੱਗੇ ਇੱਕ ਨਦੀ ਖਾਲ ਜਾਂਦੀ ਸੀ, ਅੱਗੇ ਉਹਦੇ ਵਿੱਚ ਕਮਲ ਦੇ ਫੁੱਲ ਖਿੜਨੇ, ਆਉਣ ਜਾਣ ਵਾਲੇ ਰਾਹੀਆਂ ਨੇ ਜਦੋਂ ਕੋਲ ਲੰਘਣਾ ਤੇ ਉਹਦੇ ਸ਼ੀਤਲ ਜਲ ਨੂੰ ਪੀ ਕੇ ਆਪਣੀ ਪਿਆਸ ਬੁਝਾਉਣੀ। ਉਹਦੇ ਕੋਲੋਂ ਨਿਕਲਦੀ ਹੋਈ ਹਵਾ ਸੁਗੰਧੀ ਦੇ ਨਾਲ ਭਰਨੀ। ਲੋਕਾਂ ਨੇ ਕੁਝ ਘੜੀਆਂ ਉੱਥੇ ਬੈਠ ਕੇ ਉੱਥੋਂ ਦੇ ਵਾਤਾਵਰਨ, ਉੱਥੋਂ ਦੇ ਦ੍ਰਿਸ਼ ਦਾ ਆਨੰਦ ਮਾਣਨਾ। ਪਰ ਮਾਰੇ ਕਹਿਣ ਲੱਗੇ ਹੁਣ ਇੱਦਾਂ ਦਾ ਕੀ ਹੋਇਆ ਕਿ ਤੇਰੇ ਅੰਦਰ ਜਿਹੜਾ ਕੀੜਾ ਸੀ ਉਹ ਬਦਬੂ ਦੇ ਵਿੱਚ ਤਬਦੀਲ ਹੋ ਗਿਆ। ਜਿਹੜੇ ਲੋਕ ਤੇਰੇ ਕੋਲ ਬੈਠ ਕੇ ਸੁਗੰਧੀ ਮਾਣਦੇ ਸੀ
ਹੁਣ ਉਹ ਤੇਰੇ ਲਾਗੇ ਆਪਣੇ ਮੂੰਹ ਦੇ ਉੱਤੇ ਹੱਥ ਰੱਖ ਕੇ ਫਟਾਫਟ ਇੱਥੋਂ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਆ। ਐਸਾ ਕਿਹੜਾ ਦੁੱਖ ਤੈਨੂੰ ਲੱਗਾ? ਹੁਣ ਅੱਗੋਂ ਜਵਾਬ ਆਇਆ, ਕਹਿਣ ਲੱਗੇ ਜਾਣਾ ਪਾਣੀ ਨਾਲ ਹਾਂ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੁੜੈ ਚੜ੍ਹੈ ਚਵਗਣ ਵਨ। ਕਹਿਣ ਲੱਗੇ ਅਸਲ ਦੇ ਵਿੱਚ ਜਿਸ ਸਰੋਵਰ ਦੇ ਨਾਲ ਮੇਰਾ ਮਿਲਾਪ ਸੀ, ਬਸ ਉਸ ਸਰੋਵਰ ਤੋਂ ਮੇਰਾ ਵਿਛੋੜਾ ਪੈਣ ਦੀ ਦੇਰ ਮੇਰੇ ਅੰਦਰ ਦੀ ਖੁਸ਼ਬੂ ਬਦਬੂ ਦੇ ਵਿੱਚ ਬਦਲ ਗਈ। ਮੇਰਾ ਖੇੜਾ ਮੇਰੀ ਹੀਣਤਾ ਦੇ ਵਿੱਚ ਬਦਲ ਗਿਆ, ਸੁਗੰਧੀ ਦੁਰਗੰਧ ਦੇ ਵਿੱਚ ਬਦਲ ਗਈ। ਕਹਿਣ ਲੱਗੇ ਇਹੀ ਕਾਰਨ ਕਿ ਉਹਦੇ ਵਿਛੋੜੇ ਨੇ ਮੇਰੇ ਅੰਦਰ ਨੂੰ ਬਿਲਕੁਲ ਗਾਲ ਕੇ ਰੱਖ ਦਿੱਤਾ। ਗੁਰਮੁਖੋ, ਇੱਕ ਨਦੀ ਦਾ ਸਰੋਵਰ ਦੇ ਨਾਲੋਂ ਸਮੁੰਦਰ ਦੇ ਨਾਲੋਂ ਵਿਛੋੜਾ ਪਏਗਾ, ਉਹਦੇ ਅੰਦਰ ਬਦਬੂ ਪ੍ਰਗਟ ਹੋਵੇਗੀ। ਜਿਹਦਾ ਗੁਰੂ ਦੇ ਨਾਲੋਂ ਵਿਛੋੜਾ ਪੈ ਜਾਂਦਾ, ਉਹਦਾ ਅੰਦਰ ਵਿਕਾਰਾਂ ਦੀ ਗੰਦਗੀ ਦੇ ਵਿੱਚ ਬਿਲਕੁਲ ਗਲਤਾਨ ਹੋ ਜਾਂਦਾ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ। ਇਹੀ ਕਾਰਨ ਬਾਰ-ਬਾਰ ਕਹਿੰਦੇ ਪਏ ਨੇ ਕਿ ਐਸੀਆਂ ਚੀਜ਼ਾਂ ਤੋਂ ਮਨਾ ਬਚ ਜਿਹੜੀਆਂ ਗੁਰੂ ਤੋਂ ਤੈਨੂੰ ਵਿਛੋੜਾ ਪਾ ਕੇ ਦੂਰ ਕਰ ਦੇਣ। ਅਸੀਂ ਇਹ ਵਿਛੋੜਾ ਫਿਰ ਕਰਦਾ ਕੀ ਆ? ਮਰ ਕੇ ਨੇ ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਦੀ ਗੁਰੂ ਦੇ ਨਾਲੋਂ ਵਿਛੋੜਾ ਪੈ ਜਾਵੇ, ਮਰ ਕਹਿੰਦੇ ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਉਹ ਤੇ ਭਾਵੇਂ ਰਾਜ ਭਾਗ ਲੈ ਕੇ ਬੈਠੇ ਆ, ਉਹਨਾਂ ਦੇ ਪੱਲੇ ਭਾਵੇਂ ਸੱਤਿਆ ਹੈ, ਲੋਕ ਉਹਨਾਂ ਦਾ ਇੱਜ਼ਤ ਮਾਨ ਸਤਿਕਾਰ ਸਾਰਾ ਕੁਝ ਬਹੁਤ ਕੁਝ ਕਰਦੇ ਆ, ਪਰ ਮਰ ਕੇ ਲੱਗੇ ਗੱਲ ਚੇਤੇ ਰੱਖੀ, ਜੇ ਤੇਰੇ ਪੱਲੇ ਨਾਮ ਨਹੀਂ, ਜੇ ਤੇਰੇ ਪੱਲੇ ਸਿਮਰਨ ਨਹੀਂ, ਤੇ ਤੇਰੀ ਹਾਲਤ ਤੇਰੀ ਉਮਰ ਇੱਕ ਸੱਪ ਦੀ ਨਿਆਈ ਹੈ। ਰਾਜ ਭਾਗ ਤੇਰਾ ਬਿਲਕੁਲ ਮਿੱਟੀ ਦੀ ਨਿਆਈ, ਇਹ ਕਿਤੇ ਕੰਮ ਆਉਣ ਵਾਲਾ ਨਹੀਂ। ਮਰ ਬਚਨ ਕਰਨੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਮਾਰੇ ਕਹਿਣ ਲੱਗੇ ਹੁਣ ਨਵਾਂ ਖੰਡਾਂ ਦਾ ਰਾਜ ਭਾਗ ਤੇਰੇ ਪੱਲੇ, ਉਮਰ ਤੇਰੇ ਕੋਲ ਆ, ਪਰ ਇੱਕ ਗੱਲ ਚੇਤੇ ਰੱਖੀ, ਬਿਨ ਸਿਮਰਨ ਜੋ ਜੀਵਨ ਬਲਣਾ। ਬਿਨਾਂ ਸਿਮਰਨ ਤੋਂ ਜੋ ਤੂੰ ਜ਼ਿੰਦਗੀ ਜਿਉਣੀ ਹੈ, ਤੇਰੀ ਉਮਰ ਸਰਪ ਜੈਸੇ ਅਰਜਾਰੀ, ਸੱਪ ਦੇ ਵਾਂਗ ਤੇਰੀ ਉਮਰ ਆ। ਜਿਵੇਂ ਜਿਵੇਂ ਸੱਪ ਦੀ ਉਮਰ ਵੱਧਦੀ ਹੈ, ਉਹਦਾ ਜ਼ਹਿਰ ਵੱਧਦਾ, ਜ਼ਹਿਰ ਤੰਗ ਕਰੇਗਾ। ਬੰਦਿਆ ਗੁਰੂ ਤੋਂ ਟੁੱਟਾ ਰਹੇਗਾ ਤੇ ਤੇਰੇ ਅੰਦਰ ਦੀਆਂ ਵਾਸ਼ਨਾਵਾਂ ਤੈਨੂੰ ਤੰਗ ਕਰਨਗੀਆਂ। ਤੂੰ ਰਾਜ ਭਾਗ ਮਾਇਆ ਇਕੱਠੀ ਕਰ ਲਈ, ਪਰ ਮਰ ਕਹਿਣ ਲੱਗੇ ਚੇਤੇ ਰੱਖੀ, ਜੇ ਨਵ ਖੰਡਾਂ ਦਾ ਰਾਜ ਵੀ ਤੇਰੇ ਕੋਲ ਆ, ਪਰ ਪੱਲੇ ਸਿਮਰਨ ਨਹੀਂ, ਮਰ ਕੇ ਨੇ ਅੰਤ ਚਲੇ ਗੁਹਾਰੀ। ਅੰਤ ਨੂੰ ਦੁਨੀਆ ਦੇ ਉੱਤੋਂ ਹਾਰ ਕੇ ਤੂੰ ਚਲਾ ਜਾਵੇਂਗਾ, ਕੁਝ ਤੇਰੇ ਪੱਲੇ ਨਹੀਂ ਉਹ ਬਚਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਅਕਸਰ ਮੈਂ ਇਹ ਬੇਨਤੀ ਕਰਦਾ ਹਾਂ, ਗੁਰਮੁਖੋ ਜਪਜੀ ਸਾਹਿਬ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਨਿਚੋੜਿਆ। ਇਸ ਬਾਣੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਆ। ਇਹਦੇ ਵਿੱਚ ਇੱਕ ਬਚਨ ਅਸੀਂ ਪੜ੍ਹਦੇ ਹਾਂ ਜੀ ਮਹਾਰਾਜ ਦਾ, ਉਹ ਕਹਿਣ ਲੱਗੇ ਨੇ, ਦੇਖ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਤੱਲਾ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਤੇਰਾ ਰਾਜ ਭਾਗ ਤੇਰੇ ਕੋਲ, ਉਮਰ ਤੇਰੀ ਵਡੇਰੀ ਤੇਰੇ ਕੋਲ, ਲੋਕਾਂ ਦੀ ਸ਼ੋਭਾ ਲੋਕਾਂ ਦੀ ਵਡਿਆਈ ਤੇਰੇ ਕੋਲ, ਪਰ ਇੰਨਾ ਕੁਝ ਪੱਲੇ ਹੋਣ ਦੇ ਬਾਵਜੂਦ ਜੇ ਤੇਰੇ ਪੱਲੇ ਸਿਮਰਨ ਨਹੀਂ, ਜੇ ਤੇਰੇ ਪੱਲੇ ਪਰਮੇਸ਼ਰ ਦਾ ਨਾਮ ਨਹੀਂ, ਤੇ ਮਾਰ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਤੇ ਮਾਰੇ ਕਹਿਣ ਲੱਗੇ ਗੱਲ ਚੇਤੇ ਰੱਖੀ ਗੁਰਮੁਖਾ, ਜੇ ਗੁਰੂ ਕੇ ਹੁਕਮ ਦੇ ਵਿੱਚ ਨਹੀਂ, ਤੇ ਜਿੱਥੇ ਮੈਂ ਬੇਨਤੀ ਕੀਤੀ ਮਾਰੇ ਕਹਿਣ ਲੱਗੇ ਸੋ ਸਿੱਖ ਸਕਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਗੁਰੂ ਤੋਂ ਦੂਰ ਹੋ ਕੇ ਸਿਰਫ ਪੱਲੇ ਖੁਆਰੀ ਪੈਂਦੀ ਜੇ ਜਿਨ੍ਹਾਂ ਦੇ ਪਿੱਛੇ, ਕਿਉਂਕਿ ਆਮ ਕਰਕੇ ਮਨ 'ਚ ਸਵਾਲ ਉੱਠੇਗਾ ਗੁਰੂ ਭੁੱਲਦਾ ਕਦੋਂ ਆ। ਗੁਰਮੁਖੋ ਜਦੋਂ ਚੇਤੇ ਦੇ ਵਿੱਚ ਕੋਈ ਹੋਰ ਆ ਕੇ ਵਸਣਾ ਸ਼ੁਰੂ ਹੋ ਜਾਵੇ, ਉਦੋਂ ਇਹ ਪਹਿਲਾ ਸਟੈਪ ਇਹ ਆ ਭੁੱਲਣ ਦਾ। ਹੌਲੀ ਹੌਲੀ ਕਰਕੇ ਅਸੀਂ ਉਹਦੇ ਤੋਂ ਦੂਰ ਹੁੰਦੇ ਹਾਂ। ਸਾਡੇ ਮਨ ਅੰਦਰ ਗੁਰੂ ਉਦੋਂ ਭੁੱਲਦਾ ਜਦੋਂ ਅਸੀਂ ਪਦਾਰਥਾਂ ਦੇ ਨਾਲ ਮੋਹ ਜੋੜ ਕੇ ਬਹਿੰਦੇ ਹਾਂ। ਜਦੋਂ ਸਾਡਾ ਚਿੱਤ ਗੁਰੂ ਤੋਂ ਟੁੱਟ ਕੇ ਮਾਇਆ ਨਾਲ ਜੁੜਦਾ ਹੈ, ਸਾਡੇ ਪਰਿਵਾਰ ਦੇ ਨਾਲ ਜੁੜਦਾ ਹੈ, ਧਨ ਦੌਲਤ
ਜਾਇਦਾਦ ਇਕੱਤਰ ਕਰਨ ਵਾਲੇ ਪਾਸੇ ਨੂੰ ਅਸੀਂ ਤੁਰਦੇ ਹਾਂ। ਸਰੀਰ ਤੇ ਗੁਮਾਨ ਅਸੀਂ ਕਰਦੇ ਹਾਂ। ਲੋਕਾਂ ਦੀ ਤਾਕਤ ਵਡਿਆਈ ਦੇ ਉੱਤੇ ਹੰਕਾਰ ਅਸੀਂ ਕਰਦੇ ਹਾਂ। ਮਾਰੇ ਕਹਿਣ ਲੱਗੇ ਜਿਨ੍ਹਾਂ ਦੇ ਉੱਤੇ ਤੂੰ ਹੰਕਾਰ ਕਰਕੇ ਬੈਠਾ ਹੈ, ਆ ਸਰੀਰ ਮਾਰੇ ਕਹਿਣ ਲੱਗੇ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਸਰੀਰ ਦਾ ਕੋਈ ਭਰੋਸਾ ਨਹੀਂ। ਮਾਰ ਕਹਿੰਦੇ ਚੇਤੇ ਰੱਖੀ ਇਹ ਬਿਨਸੇਗਾ। ਮਾਇਆ ਸਦੀਵ ਬੈਠਣ ਵਾਲੀ ਨਹੀਂ, ਬਲਕਿ ਮਰਤ ਕਹਿੰਦੇ ਨੇ ਕਬੀਰ ਕਵਡੀ ਕਵਡੀ ਜੋੜ ਕੇ ਜੋਰੇ ਲਾ ਕਰੋਰ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਸਾਡੇ ਪੁਰਾਣੇ ਬਜ਼ੁਰਗ ਮਾਇਆ ਇਕੱਠੀ ਕਰਕੇ ਲੱਕ ਨਾਲ ਇੱਕ ਗੁਠਲੀ ਬੰਨ੍ਹਦੇ ਸੀ। ਕਹਿੰਦੇ ਜਿੰਨੀ ਮਾਇਆ ਲੱਕ ਨਾਲ ਵੱਜੀ ਸਾਡੀ ਆਪਣੀ। ਪਰ ਮਾਰੇ ਕਹਿਣ ਲੱਗੇ ਜਿੱਦਣ ਸਰੀਰ ਛੱਡਿਆ, ਪਰਿਵਾਰ ਵਾਲਿਆਂ ਨੇ ਸੰਸਕਾਰ ਬਾਅਦ ਚ ਕੀਤਾ, ਪਹਿਲੇ ਲੱਕ ਨਾਲ ਬੱਧੀ ਮਾਇਆ ਖੋਲੀ ਗਈ। ਕਿੱਥੇ ਗਈ ਤੇਰੀ ਮਾਰੇ ਕਹਿੰਦੇ ਉਹ ਕਵਡੀਆਂ ਕਵਡੀਆਂ ਜੋੜ ਕੇ ਇਕੱਠੀ ਕੀਤੀ ਮਾਇਆ, ਉਹ ਤੇਰੇ ਤੋਂ ਵਿਛੜ ਗਈ ਤੇ ਤੂੰ ਪਰੇ ਕਰ ਲਈ ਗਈ। ਮਾਇਆ ਨਿਭਣ ਵਾਲੀ ਨਹੀਂ। ਮਾਰਤ ਕਹਿੰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜਿੱਦਾਂ ਤਿਣਕਿਆਂ ਦੀ ਅੱਗ ਸਦਾ ਵਾਸਤੇ ਨਿੱਘ ਨਹੀਂ ਦੇ ਸਕਦੀ, ਕੁਝ ਕੱਖ ਇਕੱਠੇ ਕਰਕੇ ਬੰਦਾ ਆਖੇ ਰਜਾਈ ਦੀ ਲੋੜ ਨਹੀਂ ਪੈਣੀ ਤੇ ਸਿਆਲ 'ਚ ਕੱਖਾਂ ਦੀ ਅੱਗ ਨਾਲ ਜੀਵਨ ਕੱਢਾਂਗਾ। ਮਰ ਕਹਿੰਦੇ ਸੰਭਵ ਨਹੀਂ। ਸਾਉਣ ਭਾਦੋਂ ਦੇ ਦਿਨਾਂ ਦੇ ਵਿੱਚ ਬੱਦਲਾਂ ਦੀ ਛਾਂ ਤੇ ਭਰੋਸਾ ਕਰਕੇ ਮਨੁੱਖ ਘਰ ਦੀ ਛੱਤ ਨੂੰ ਤੋੜ ਦੇਵੇ, ਕਹਿਣ ਲੱਗੇ ਉਹਦੇ ਵਰਗਾ ਮੂਰਖ ਪ੍ਰਾਣੀ ਕੋਈ ਨਹੀਂ। ਬੱਦਲਾਂ ਦੀ ਛਾਂ ਕਦੇ ਬੈਠਣ ਵਾਲੀ ਨਹੀਂ। ਤੇ ਤੀਸਰੀ ਉਦਾਹਰਨ ਮਾਰੇ ਕਹਿੰਦੇ ਨੇ ਹੜ੍ਹ ਦਾ ਜਿਹੜਾ ਪਾਣੀ ਆ ਉਹ ਕਦੇ ਵੀ ਇੱਕੋ ਜਿਹਾ ਚੜਿਆ ਨਹੀਂ ਰਹਿੰਦਾ, ਉਹ ਉਤਰ ਜਾਏਗਾ। ਮਾਇਆ ਇੱਦਾਂ ਦੀ ਮਰ ਕਹਿੰਦੇ ਇਹ ਨਾ ਤੇ ਸਦਾ ਵਾਸਤੇ ਬੈਠੀ ਨਹੀਂ ਰਹਿੰਦੀ। ਜਦੋਂ ਇਹ ਆਉਂਦੀ ਆ ਬੰਦੇ ਦੀ ਮੱਤ ਭੁੱਲ ਜਾਂਦੀ ਹੈ, ਆਪਣਿਆਂ ਦੇ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕਰਦਾ। ਪਰ ਜਦੋਂ ਇਹ ਚਲੇ ਜਾਂਦੀ ਆ ਪੱਲੇ ਬਚਦਾ ਕੁਝ ਨਹੀਂ। ਮਹਾਰਾਜ ਫਿਰ ਮਹਾਰਾਜ ਸਰੀਰ ਨਾਲ ਨਹੀਂ ਨਿਭਣਾ, ਮਾਇਆ ਨਾਲ ਨਹੀਂ ਨਿਭਣੀ, ਪਰਿਵਾਰ ਤੇ ਮਰ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨਹੀਂ ਰਹਿ। ਮਹਾਰਾਜ ਜੇ ਇਹ ਸਾਰਾ ਕੁਝ ਨਾਲ ਨਿਭੇਗਾ ਨਹੀਂ ਤੇ ਨਿਭਣਾ ਕੀ ਹੈ। ਉੱਥੇ ਸਿੱਖ ਵਾਸਤੇ ਮਰ ਕੇ ਨੇ ਅਰਦਾਸ ਕਰ, ਮਹਾਰਾਜ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ, ਸਭ ਗੁਣ ਤੇਰੇ ਪੰਚ ਵਿਖਾਦੀ ਏਕ ਗਰੀਬਾ। ਮਹਾਰਾਜ ਇਹ ਪੰਜ ਵਿਕਾਰਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਲੁੱਟਣ ਵਾਲੇ ਬੈਠੇ ਆ ਤੇ ਮੈਂ ਇੱਕੋ ਨਿਮਾਣਾ ਹਾਂ। ਪੰਚ ਵਿਖਾਦੀ ਏਕ ਗਰੀਬਾ, ਰਾਖੋ ਰਾਖਣਹਾਰੇ, ਖੇਦ ਕਰੈ ਅਰ ਬਹੁ ਸੰਤਾਵੈ ਆਇਓ ਸ਼ਰਨ ਤੁਹਾਰੇ। ਮਹਾਰਾਜ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ। ਫਿਰ ਉੱਥੇ ਨਾਲ ਹੀ ਇੱਕ ਬਚਨ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਮਹਾਰਾਜ ਮੇਰੀ ਰੱਖਿਆ ਕਰੋ ਸਾਈਂ ਮੇਰੇ, ਬਿਕ ਦੇਖਿਆ ਸੰਸਾਰ। ਮਹਾਰਾਜ ਇਹ ਸੰਸਾਰ ਜ਼ਹਿਰ ਦੀ ਨਿਆਈ ਮੈਂ ਦੇ ਕੇ ਆਇਆ, ਜਿਹੜਾ ਇਸ ਦੇ ਵਿੱਚ ਗਲਤਾਨ ਹੁੰਦਾ ਹੈ ਚੇਤੇ ਰੱਖੀ, ਜਿਹੜਾ ਤੇਰੇ ਹੱਥੋਂ ਟੁੱਟਿਆ ਉਹਨੂੰ ਕਿਤੇ ਵੀ ਢੋਈ ਨਹੀਂ। ਗੁਰਮੁਖ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ ਸਤਲੁਜ ਦੇ ਕੰਢੇ ਤੁਰਦੇ ਆ। ਹੱਥ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਮੌਜ, ਇੱਕ ਪੱਥਰ ਫੜਿਆ। ਮਰ ਨੇ ਹੱਥ ਦੇ ਵਿੱਚ ਪੱਥਰ ਫੜਿਆ ਤੇ ਉਹਨੂੰ ਛੱਡ ਦਿੱਤਾ, ਉਹ ਥੱਲੇ ਡਿੱਗਾ। ਮਰ ਨੇ ਸਵਾਲ ਕੀਤਾ, ਕਹਿਣ ਲੱਗੇ ਸਿੱਖੋ ਦੱਸਣਾ ਕਰੋ ਇਹ ਪੱਥਰ ਥੱਲੇ ਕਿਉਂ ਡਿੱਗਿਆ, ਇਹ ਕਿਉਂ ਪਾਣੀ ਦੇ ਵਿੱਚ ਡੁੱਬ ਗਿਆ। ਕਿਸੇ ਨੇ ਆਖਿਆ ਮਹਾਰਾਜ ਧਰਤੀ ਆਪਣੇ ਵੱਲ ਨੂੰ ਖਿੱਚਦੀ ਆ। ਕਿਸੇ ਨੇ ਕੋਈ ਜਵਾਬ ਦਿੱਤਾ, ਕਿਸੇ ਨੇ ਕੁਝ। ਭਾਈ ਨੰਦ ਲਾਲ ਜੀ ਕੋਲ ਖਲੋਤੇ ਸਨ। ਕਲਗੀਆਂ ਵਾਲੇ ਪਾਤਸ਼ਾਹ ਪੁੱਛਦੇ ਆ, ਭਾਈ ਨੰਦ ਲਾਲ ਜੀ ਤੁਸੀਂ ਦੱਸੋ ਇਹ ਪੱਥਰ ਡੁੱਬਿਆ ਕਿਵੇਂ। ਗੁਰਮੁਖੋ ਅੱਖਾਂ ਉਹੀ ਆ, ਮਨਮੁਖ ਦੀ ਅੱਖਾਂ ਦੀ ਦ੍ਰਿਸ਼ਟੀ ਵੀ ਉਹ ਤੇ ਗੁਰਮੁਖ ਦੇ ਅੱਖਾਂ ਦੀ ਦ੍ਰਿਸ਼ਟੀ ਵੀ ਉਹ, ਪਰ ਦੇਖਣ ਦੇ ਵਿੱਚ ਬਹੁਤ ਫਰਕ ਆ। ਉਹ ਪੁੱਛਦੇ ਆ, ਕਹਿ ਲੱਗੇ ਕਿਉਂ ਡਿੱਗਾ, ਕਿਉਂ ਡੁੱਬਾ ਇਹ। ਤੇ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਸੱਚ ਤੇ ਇਹ ਹੈ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ ਤੇ ਉਹ ਕੱਲ ਵੀ ਡੁੱਬਿਆ। ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹ ਬਚ ਨਹੀਂ ਸਕੇਗਾ। ਗੁਰਮੁਖੋ ਤਾਂ ਹੀ ਮਰ ਕਹਿੰਦੇ ਸਿੱਖਾ ਬਾਰ ਬਾਰ ਉਸ ਗੁਰੂ ਦੇ ਚਰਨਾਂ 'ਚ ਅਰਦਾਸ ਕਰ, ਉਹਦੇ ਅੱਗੇ ਪੱਲਾ ਪਾ ਕੇ ਬੇਨਤੀਆਂ ਕਰ, ਮਹਾਰਾਜ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ, ਸਭ ਗੁਣ ਤੇਰੇ। ਮਹਾਰਾਜ ਸਾਡੀ ਰੱਖਿਆ ਕਰਨੀ ਕਰੋ। ਸਤਿਗੁਰੂ ਦਾ ਇੱਕ ਬਚਨ ਵੀ ਆ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ।
ਇੱਕੋ ਇੱਕ ਸਹਾਇਤਾ ਕਰਨ ਵਾਲਾ ਹੈ, ਉਹ ਹੈ ਅਕਾਲ ਪੁਰਖ ਪਰਮੇਸ਼ਰ ਆਪ। ਸਤਿਗੁਰੂ ਕਾ ਇੱਕ ਬਚਨ ਜੀ ਅਸੀਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ। ਮਰ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਂ, ਜਿੱਥੇ ਪਿਤਾ, ਜਿੱਥੇ ਕੋਈ ਦੁਨੀਆ ਦਾ ਪਹੁੰਚਣ ਵਾਲਾ ਨਹੀਂ, ਉੱਥੇ ਮਰ ਕਹਿੰਦੇ ਪਰਮੇਸ਼ਰ ਦਾ ਨਾਮ ਰੱਖਿਆ ਕਰਨ ਵਾਲਾ ਹੈ। ਗੁਰਮੁਖੋ ਇੱਕ ਸਤਿਗੁਰੂ ਕਾ ਬਚਨ ਆ, ਕਹਿਣ ਲੱਗੇ ਜਾਂ ਕੋ ਮੁਸ਼ਕਿਲ ਅਤ ਬਣੈ ਢੋਈ ਕੋਏ ਨਾ ਦੇ। ਆਤ ਦੀ ਮੁਸੀਬਤ ਆਣ ਬਣੇ, ਕੋਈ ਬਾਂਹ ਦੇ ਕੇ ਰੱਖਣ ਵਾਲਾ ਨਾ ਬਚੇ। ਜਾਂ ਕੋ ਮੁਸ਼ਕਿਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਭੋ ਭੱਜੈ ਆਸਰਾ ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਮਰਨੀ ਦੁਨੀਆ ਦੇ ਸਾਰੇ ਰਿਸ਼ਤੇਦਾਰ ਤੈਨੂੰ ਛੱਡ ਕੇ ਦੌੜ ਜਾਣ, ਕੋਈ ਤੇਰੀ ਬਾਂਹ ਫੜਨ ਵਾਲਾ ਨਾ ਆਵੇ। ਦੁਸ਼ਮਣ ਘੇਰਾ ਪਾ ਕੇ ਬੈਠ ਜਾਣ, ਆਪਣੇ ਬਾਹਾਂ ਛਡਾ ਕੇ ਭੱਜ ਜਾਣ, ਕੋਈ ਤੈਨੂੰ ਢੋਈ ਨਾ ਲੱਭੇ, ਪਰ ਚਿੱਤ ਛੋਟਾ ਨਾ ਕਰੀ। ਉਦੋਂ ਗੁਰੂ ਦੇ ਅੱਗੇ ਪੱਲਾ ਪਾ ਕੇ ਅਰਦਾਸ ਕਰੀ। ਜਦੋਂ ਅਰਦਾਸ ਕਰੇਗਾ ਤੇ ਅੱਜ ਪੂਰੀ ਦੁਨੀਆ ਅਰਦਾਸ ਕਰਦੀ ਪਈ ਹੈ, ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਦੋਂ ਵੀ ਕਿਸੇ ਦਾ ਭਲਾ ਹੋਵੇਗਾ ਗੁਰਮੁਖੋ ਗੁਰੂ ਦੀ ਕਿਰਪਾ ਦੇ ਨਾਲ। ਕੋਈ ਵੀ ਦੁਨੀਆ ਤੇ ਇੱਦਾਂ ਦਾ ਨਹੀਂ ਜਿਹੜਾ ਕਿਰਪਾ ਤੋਂ ਬਿਨਾਂ ਬਚ ਸਕਦਾ ਹੋਵੇਗਾ। ਹੁਣ ਚੱਕੀ ਆ ਜੀ, ਚੱਕੀ ਜਦੋਂ ਅਸੀਂ ਚਲਾਉਂਦੇ ਹਾਂ ਦਾਣੇ ਪੀਸੇ ਜਾਂਦੇ ਆ, ਬਚਦਾ ਉਹੀ ਆ ਜਿਹੜਾ ਕਿੱਲੀ ਦੇ ਨਾਲ ਜੁੜ ਜਾਂਦਾ ਹੈ। ਅਸੀਂ ਮਾਇਆ ਦੇ ਵਿੱਚ ਗਲਤਾਨ ਹੋ ਕੇ ਦੌੜੇ ਭੱਜੇ ਫਿਰਦੇ ਹਾਂ। ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਾਂਗੇ, ਉਹ ਕਿੱਲੀ ਦੇ ਨਾਲ ਜੁੜਾਂਗੇ, ਬਚਾ ਸਾਡਾ ਤਾਂ ਆ। ਨਹੀਂ ਤੇ ਇੱਥੇ ਮਾਰ ਕਹਿ ਲਗੇ ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਸ ਹੰਕਾਰ ਨੇ ਤੇ ਵੱਡਿਆਂ ਵੱਡਿਆਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਜਿਹੜਾ ਗੁਰੂ ਕੀ ਸ਼ਰਨ ਦੇ ਵਿੱਚ ਆ ਗਿਆ, ਭਾਵੇਂ ਉਹਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਹੀ ਨੀਚ ਕਰਮ ਕੀਤੇ ਹੋਣ, ਪਰ ਜੇ ਕਿਤੇ ਗੁਰੂ ਦੇ ਅੱਗੇ ਪੱਲਾ ਪਾ ਕੇ ਅਰਦਾਸ ਕਰ ਲਏ। ਅਸੀਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਮਰ ਕੇ ਜਪ ਤਪ ਸੰਜਮ ਧਰਮ ਨਾ ਕਮਾਇਆ। ਨਾ ਜਪ ਕੀਤਾ, ਨਾ ਕੋਈ ਤਪ, ਨਾ ਸੰਜਮ ਜੀਵਨ ਦੇ ਵਿੱਚ ਧਾਰਨ ਨਹੀਂ ਕੀਤਾ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਮਹਾਰਾਜ ਸੇਵਾ ਵੀ ਪੱਲੇ ਕੁਝ ਨਹੀਂ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਮਹਾਰਾਜ ਅਸੀਂ ਨੀਚ ਹਾਂ, ਪਰ ਮੇਰਾ ਇੱਕ ਬਚਨ ਤੁਹਾਡਾ ਮੇਰੇ ਹਿਰਦੇ ਦੇ ਵਿੱਚ ਵਸਿਆ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਉੱਥੇ ਤੇਰੀ ਨਜ਼ਰ ਹੈ। ਮਰ ਕੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚਹੁ ਕੁੰਟ ਮਾਨੈ। ਨਾਮ ਦੇ ਨਾਲ ਜੁੜਨ ਦੇ ਨਾਲ ਚੌਹਾਂ ਕੁੰਟਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਆ। ਹਜੂਰ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੁਣ ਕਿੰਨੇ ਭਗਤ ਆ। ਲੋਕ ਕਹਿੰਦੇ ਸੀ ਇਹ ਨੀਵੇਂ ਆ, ਕਿੰਨਾ ਕੁਝ ਉਹਨਾਂ ਨੂੰ ਸੁਣਾਇਆ ਗਿਆ, ਪਰ ਮਰ ਕਹਿਣ ਲੱਗੇ ਨਹੀਂ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਦਿਸ ਜਾਏ। ਜਿਹਨੂੰ ਲੋਕ ਨੀਵਾਂ ਕਹਿੰਦੇ ਸੀ, ਮਰ ਕੇ ਰੱਬ ਉਹਨਾਂ ਦੇ ਘਰੇ ਜਾ ਕੇ ਆਪ ਉਤਰ ਆਇਆ। ਸਤਿਗੁਰੂ ਨੇ ਇਸ ਬਾਣੀ ਅੰਦਰ ਸਾਨੂੰ ਬੜਾ ਵਡਮੁੱਲਾ ਖਜ਼ਾਨਾ ਦਿੱਤਾ ਜੀ। ਅੱਜ ਪੂਰੀ ਦੁਨੀਆ ਆਪਣੇ ਘਰਾਂ ਦੇ ਵਿੱਚ ਡੱਕੀ ਪਈ ਆ, ਕੋਈ ਕੁਝ ਕਰਨ ਨੂੰ ਤੜਫਦਾ ਪਿਆ, ਪਰ ਜਿਨ੍ਹਾਂ ਦੇ ਕੋਲ ਗੁਰੂ ਕਾ ਸ਼ਬਦ ਆ, ਉਹ ਗੁਰੂ ਕੀ ਬਾਣੀ ਦਾ ਸਹਾਰਾ ਲੈ ਕੇ ਬੈਠੇ ਪਏ ਆ। ਕਿਉਂਕਿ ਅੰਤ ਨੂੰ ਜੇ ਕੋਈ ਮੁਸੀਬਤ ਤੋਂ ਸਾਨੂੰ ਕੱਢ ਸਕਦਾ ਗੁਰਮੁਖੋ, ਅਨੇਕਾਂ ਹੀ ਦੁਨੀਆ, ਕੋਈ ਭੁਚਾਲ ਦੇ ਵਿੱਚ ਮਰ ਜਾਂਦਾ ਹੈ, ਕੋਈ ਸੁਨਾਮੀ ਦੇ ਨਾਲ ਮਰਦਾ ਹੈ, ਕੋਈ ਰੋਡ ਐਕਸੀਡੈਂਟ, ਕਈ ਬਿਮਾਰੀ ਦੇ ਨਾਲ ਚਲੇ ਜਾਂਦੇ ਆ ਦੁਨੀਆ ਤੋਂ। ਪਰ ਚੇਤੇ ਰੱਖਿਓ, ਕਈ ਇੱਦਾਂ ਦੇ ਵੀ ਆ ਜਿਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਹ ਹੁਕਮ ਹੈ, ਕਿਉਂਕਿ ਉਹਨਾਂ ਨੇ ਬਚਨ ਮੰਨਿਆ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰੀਏ ਕੀ? ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ। ਅਸੀਂ ਗੁਰੂ ਕੇ ਸਿੱਖ ਹਾਂ। ਉਹ ਸਿੱਖ ਹੀ ਕਾਹਦਾ ਜਿਹਨੇ ਆਪਣੀ ਸੰਪੂਰਨ ਜ਼ਿੰਦਗੀ ਦੇ ਵਿੱਚ ਇੱਕ ਵਾਰ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨ ਦਰਸ਼ਨ ਨਾ ਕੀਤੇ ਹੋਣ।
ਤੇ ਉਹ ਸੰਪੂਰਨ ਦਰਸ਼ਨ ਹੋਣਗੇ ਕਿਵੇਂ? ਅਸੀਂ ਸਹਿਜ ਪਾਠ ਘਰਾਂ ਦੇ ਵਿੱਚ ਰੱਖੀਏ। ਜਦੋਂ ਸਹਿਜ ਪਾਠ ਰੱਖਾਂਗੇ ਅਸੀਂ ਇੱਕ ਓੰਕਾਰ ਤੋਂ ਲੈ ਕਰਕੇ 18, 10, 20 ਤੱਕ ਪੜਾਂਗੇ। ਕੱਲੇ ਕੱਲੇ ਸ਼ਬਦ ਨੂੰ ਅਸੀਂ ਪੜ੍ਹ ਕੇ ਪਤਾ ਲੱਗੇਗਾ ਕਿ ਸਾਡਾ ਗੁਰੂ ਸਾਨੂੰ ਕਹਿੰਦਾ ਕੀ ਪਿਆ ਹੈ। ਸਾਡੇ ਗੁਰੂ ਦੇ ਕੋਲ ਕਿੰਨੀਆਂ ਕੁ ਰਹਿਮਤਾਂ ਨੇ। ਜਿਹੜਾ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਗੁਰਮੁਖੋ, ਉਹਦਾ ਨਿਸ਼ਚੇ ਉਦਾਰ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆਉਣਾ ਹੈ ਅਗਲੇ ਸਾਲ। ਔਰ ਦੇਖੋ ਜਿਸ ਸਮੇਂ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਆ। ਹਜੂਰ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਸਮੇਂ ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਣਾ ਸੀ, ਬਰਾਤ ਚੜੀ, ਅੰਮ੍ਰਿਤਸਰ ਦੇ ਲੋਕ ਕੰਧਾਂ ਕੋਠਿਆਂ ਦੇ ਉੱਤੇ ਚੜੇ ਕਿ ਗੁਰੂ ਕੇ ਪੁੱਤਰ ਦੀ ਬਰਾਤ ਹੈ, ਦੇਖੀਏ ਤੇ ਸਹੀ ਸ਼ਾਨ ਕਿਵੇਂ ਦੀ ਆ। ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਨੂੰ ਕੀਮਤੀ ਪੋਸ਼ਾਕ ਪਹਿਨਾਈ। ਸਿਆਲ ਦੇ ਦਿਨ ਸਿਆਲ ਆਰੰਭ ਹੋ ਚੁੱਕਾ ਸੀ ਤੇ ਜਦੋਂ ਗਲੀਆਂ ਚੋਂ ਬਰਾਤ ਤੁੜੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਧਿਆਨ ਇੱਕ ਛੋਟੇ ਜਿਹੇ ਬੱਚੇ ਵਾਲੇ ਪਾਸੇ ਪਿਆ। ਉਧਰ ਸਰਦੀ ਦੇ ਦਿਨ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ, ਤਨ ਦੇ ਉੱਤੇ ਕੋਈ ਗਰਮ ਕੱਪੜਾ ਨਹੀਂ। ਮਾਂ ਦੇ ਕੋਲੋਂ ਉਂਗਲ ਛਡਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਬੱਚੇ ਦੇ ਕੋਲ ਗਏ। ਕਹਿਣ ਲੱਗੇ ਇੰਨੀ ਠੰਡ ਆ, ਕੋਈ ਗਰਮ ਵਸਤਰ ਨਹੀਂ, ਕਾਰਨ ਕੀ? ਅੱਗੋਂ ਉਸ ਬੱਚੇ ਦਾ ਜਵਾਬ ਸੀ, ਕਿਹਦਾ ਮਾਂ ਪਿਓ ਨਹੀਂ ਚਾਹੁੰਦਾ ਕਿ ਉਹਦਾ ਧੀ ਪੁੱਤਰ ਚੰਗਾ ਪਹਿਨੇ ਨਾ, ਚੰਗਾ ਹੰਡਾਏ ਨਾ। ਪਰ ਘਰ ਦੇ ਵਿੱਚ ਗਰੀਬੀ ਇੰਨੀ ਕਾ, ਸਵੇਰ ਦੀ ਖਾਧੀ ਸ਼ਾਮ ਦਾ ਕੋਈ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਗਰਮ ਕੱਪੜੇ ਕਿੱਥੋਂ ਪਾਵਾਂਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਕੀਮਤੀ ਪੋਸ਼ਾਕ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੀ। ਜਦੋਂ ਵਾਪਸ ਮਾਤਾ ਜੀ ਨੇ ਦੇਖਿਆ, ਕਹਿਣ ਲੱਗੇ ਪੁੱਤਰ ਕੱਪੜੇ ਉਹ ਕਿੱਥੇ ਗਏ, ਕਿੱਥੇ ਉਤਾਰ ਕੇ ਆ ਗਏ? ਹੱਥ ਫੜ ਕੇ ਉਸ ਬੱਚੇ ਦੇ ਕੋਲ ਲੈ ਕੇ ਗਏ। ਕਹਿਣ ਲੱਗੇ ਮਾਂ, ਮੈਥੋਂ ਕਿਸੇ ਦਾ ਨਗੇਜ ਦੇਖਿਆ ਨਹੀਂ ਜਾਂਦਾ, ਦੁੱਖ ਕਿਸੇ ਦਾ ਦੇਖਿਆ ਨਹੀਂ ਜਾਂਦਾ ਮੇਰੇ ਕੋਲੋਂ। ਇਹੀ ਕਾਰਨ ਜਿਸ ਸਮੇਂ ਹਿੰਦੁਸਤਾਨ ਦੀ ਧਰਤੀ ਦੁੱਖ ਦੇ ਨਾਲ ਕੁਰਲਾ ਉੱਠੀ, ਉਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਚਾਦਰ ਬਣਦੇ ਆ। ਪੂਰੀ ਹਿੰਦੂਤਵ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ। ਤੇ ਅੱਜ ਵੀ ਗੁਰਮੁਖ ਪੂਰੀ ਦੁਨੀਆ ਜਿੱਥੇ ਤਰਾ ਤਰਾ ਕਰ ਉੱਠੀ ਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਪਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਕਿਉਂਕਿ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਉਹ ਸਾਰੇ ਥਾਈਂ ਸਹਾਇਤਾ ਕਰਨ ਵਾਲੇ ਆ। ਜੇ ਗਲ 'ਚ ਪੱਲਾ ਪਾ ਕੇ ਮੱਖਣ ਸ਼ਾਹ ਅਰਦਾਸ ਕਰਦੇ, ਸਤਿਗੁਰੂ ਉਹਦੇ ਕੋਲ ਪਹੁੰਚ ਜਾਂਦੇ ਆ। ਅਸੀਂ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਇਸ ਬਿਖਮ ਘੜੀ ਦੇ ਵਿੱਚ ਆਪ ਆਪਣੇ ਬੱਚਿਆਂ ਦੀ ਸਮੂਹ ਜਗਤ ਦੀ ਆਪ ਰੱਖਿਆ ਕਰੋ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਮਹਾਰਾਜ ਆਪ ਹੀ ਸਾਡੀ ਰੱਖਿਆ ਕਰੋ। ਸਤਿਗੁਰੂ ਕਿਰਪਾ ਕਰਨ ਜੋ ਸਮੂਹ ਲੰਡਨ ਦੀ ਸੰਗਤ ਵੱਲੋਂ ਸਰਬੱਤ ਦੇ ਭਲੇ ਵਾਸਤੇ ਇਹ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ। ਇਸ ਵਾਰ ਜੋ ਵਾਇਰਸ ਦੇ ਕਰਕੇ ਆਨਲਾਈਨ ਆਪ ਸਾਰੀ ਸੰਗਤ ਨੂੰ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਗੁਰੂ ਕੇ ਚਰਨਾਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਨ ਵਾਸਤੇ ਉਪਰਾਲਾ ਕੀਤਾ ਹੈ। ਹਜੂਰ ਪਿਤਾ ਰਹਿਮਤ ਕਰਨ। ਅਸੀਂ ਗੁਰੂ ਕੇ ਚਰਨਾਂ ਦੇ ਨਾਲ ਜੁੜ ਕਰਕੇ ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਅੰਮ੍ਰਿਤ ਛਕੀਏ, ਬਾਣੀ ਤੇ ਬਾਣੇ ਦੇ ਧਾਰਨੀ ਬਣੀਏ। ਸਤਿਗੁਰੂ ਸਭਨਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਪ੍ਰਬੰਧਕ ਸਾਹਿਬਾਨਾਂ ਦਾ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।